ਬਠਿੰਡੇ ਵਿਖੇ ਪਿਛਲੇ 10 ਮਹੀਨਿਆਂ ਤੋਂ ਡੀਸੀ ਦਫ਼ਤਰ ਮੂਹਰੇ ਚੱਲ ਰਹੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਧਰਨੇ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਪੰਜਾਬ ਸਰਕਾਰ ਵੱਲੋਂ 60,000 ਤੋਂ ਉੱਤੇ ਕੀਤੇ ਗਏ ਕਿਸਾਨਾਂ ਦੇ ਪਰਾਲੀ ਦੇ ਪਰਚੇ ਰੱਦ ਕਰ ਦਿੱਤੇ ਗਏ ਅਤੇ ਉਹਨਾਂ ਦੀ ਦੂਜੀ ਮੰਗ ਤੇ ਫੈਸਲਾ ਲੈਂਦੇ ਹੋਏ ਸ਼ਹੀਦ ਕਿਸਾਨ ਦੇ ਪੁੱਤਰ ਨੂੰ ਨੌਕਰੀ ਦਿੱਤੀ ਗਈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਇਸ ਵੱਡੀ ਸਫਲਤਾ ਦਾ ਸਵਾਗਤ ਕਰਦੇ ਹੋਏ ਕਿਸਾਨ ਜਥੇਬੰਦੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਗੱਲਬਾਤ ਤੁਹਾਡੇ ਨਾਲ ਬਾਅਦ ਦੇ ਵਿੱਚ ਕਰੂੰਗਾ। ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਤਾਂ ਬੈਠੋ ਸਾਰੇ ਯਾਰ, ਆਪਾਂ ਮਤਲਬ ਚੰਗੇ ਨਹੀਂ ਲੱਗਦੇਗੇ। ਤੁਸੀਂ ਆਰਾਮ ਨਾਲ ਬੈਠੋ, ਇੱਕ ਵਾਰੀ ਤੁਹਾਡੇ ਤੱਕ ਗੱਲ ਪਹੁੰਚੇ, ਤੁਹਾਨੂੰ ਪਤਾ ਲੱਗੇ ਕਿ ਇੱਥੇ ਕੀ ਫੈਸਲਾ ਹੋਇਆ, ਕੀ ਗੱਲਬਾਤ ਹੋਈ ਹੈ, ਗੱਲ ਅਧੂਰੀ ਨਾ ਰਹੇ। ਜੀ ਦੋਸਤੋ, ਮੈਂ ਬੇਨਤੀ ਕਰਾਂ ਕਿ ਤੁਸੀਂ ਇਸ ਗੱਲ ਲਈ ਵਧਾਈ ਦੇ ਪਾਤਰ ਹੋ। ਮੈਨੂੰ ਵੀ ਕਰਨ ਦੇ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਸ ਵੇਲੇ ਆਪਾਂ ਜਿਹੜਾ ਭਾਰ ਪੈ ਗਿਆ ਜੈਤੋ ਮੰਡੀ ਦੇ ਵਿੱਚ ਅੰਦੋਲਨ ਸ਼ੁਰੂ ਕੀਤਾ ਹੈ, ਉਸ ਵੇਲੇ ਇੱਕ ਗੱਲ ਕਈ ਵਾਰੀ ਭੁਲੇਖੇ ਪੈ ਰਹੇ ਸੀਗੇ ਲੋਕਾਂ ਦੇ ਮਨਾਂ 'ਚ ਕਿ ਮੰਗ ਚੰਡੀਗੜ੍ਹ ਦੀ ਹੈ ਤੇ ਲੜ ਜੈਤੋ 'ਚ ਰਹੇ ਨੇ। ਇਹ ਨਹੀਂ ਪਤਾ ਸੀ ਲੋਕਾਂ ਨੂੰ ਪਤਾ ਨਹੀਂ ਹੁੰਦਾ ਇਹਨਾਂ ਗੱਲਾਂ ਦਾ, ਵਿਚਾਰੇ ਅਣਜਾਣ ਹੁੰਦੇ ਇਹਨਾਂ ਗੱਲਾਂ ਤੋਂ। ਤੁਸੀਂ ਅੰਦੋਲਨ ਜਿੱਥੇ ਵੀ ਖੜੇ ਕਰਦੇ ਹੋ, ਸਰਕਾਰ ਨੂੰ ਤੁਹਾਡਾ ਫਿਕਰ ਹੁੰਦਾ, ਸਰਕਾਰ ਨੂੰ ਤੁਸੀਂ ਦਿਸਦੇ ਹੁੰਦੇ ਹੋ ਤੇ ਦਿਸੇ ਹੋ। ਜੈਤੋ ਦਾ ਲੜਿਆ ਹੋਇਆ ਮੋਰਚਾ ਜਿਹੜਾ ਉਹ ਅੱਜ ਭਾਵੇਂ ਸਮਾਂ ਲੱਗਿਆ, ਦੁਬਾਰਾ ਤੁਸੀਂ ਇਸ ਮੋਰਚੇ ਨੂੰ ਜਦੋਂ ਹਵਾ ਦਿੱਤੀ ਹੈ, ਤੇਜ਼ ਕੀਤਾ, ਤਾਂ ਆਪਣੀ ਗੱਲਬਾਤ ਫਿਰ ਸ਼ੁਰੂ ਹੋਈ ਹੈ। ਗੱਲਬਾਤ ਦਾ ਦੌਰ ਸ਼ੁਰੂ ਹੋਇਆ। ਪਰਸੋਂ ਮੀਟਿੰਗ ਹੋਈ ਮੁੱਖ ਸਕੱਤਰ ਜੀ ਨਾਲ ਅਸੀਂ ਤਾਂ ਇਹ ਕਹਾਂਗੇ ਕਿ ਭਾਵੇਂ ਇਹ ਆਪਣੇ ਆਪ ਨੂੰ ਕੁਝ ਵੀ ਕਹਿਣ, ਸੰਧੂ ਸਾਹਿਬ ਸਾਡੇ ਨਾਲ ਮੁੱਢ ਤੋਂ ਇਹ ਸਾਰੇ ਮੈਟਰ ਨੂੰ ਹੈਂਡਲ ਕਰਦੇ ਆ ਰਹੇ ਸੀ। ਸਾਡੇ ਵਾਸਤੇ ਤਾਂ ਇਹੀ ਸੀਐਮ ਸੀ, ਇਹੀ ਮੁੱਖ ਸਕੱਤਰ ਸੀ, ਔਰ ਇਹਨਾਂ ਨੇ ਆਪਣੇ ਨਾਲ ਉਸ ਵੇਲੇ ਗੱਲਬਾਤ ਦੇ ਵਿੱਚ ਉਹਨਾਂ ਨੂੰ ਬਿਠਾਇਆ ਔਰ ਉਹਨਾਂ ਦੇ ਮੂੰਹੋਂ ਵਿਸ਼ਵਾਸ ਦਿਵਾਇਆ ਸੀਗਾ ਕਿ ਜਿਹੜੇ ਤੁਹਾਡੇ ਕਿਸਾਨਾਂ ਦੇ ਪਰਚੇ ਸੀ, ਬਹੁਤ ਇੰਪੋਰਟੈਂਟ ਗੱਲ ਸੀ ਜਿਹਦੇ ਤੇ ਆਪਾਂ ਲੜ ਰਹੇ ਸੀ ਕਿ ਕਿਸਾਨਾਂ ਦੇ ਪਰਚੇ ਦਰਜ ਹੋਏ ਸੀ, ਉਹ ਤੁਹਾਡੇ ਸਾਰੇ ਦੇ ਸਾਰੇ ਪਰਚੇ ਉਹਨਾਂ ਨੇ ਮੰਨ ਲਿਆ ਕਿ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਕੋਈ ਰਿਪੋਰਟ ਦੀ ਗੱਲ ਨਹੀਂ ਰਹਿ ਗਈ। ਹੁਣ ਉਹ ਸਾਰਾ ਕੁਝ ਅਸੀਂ ਹਾਸਲ ਕਰ ਲਿਆ, ਉਹ ਤੁਹਾਡੇ ਪਰਚੇ ਸਮਝ ਲਓ ਰੱਦ ਹੋ ਚੁੱਕੇ ਆ, ਉਹ ਅਸੀਂ ਆਪਣੇ ਆਪ ਆਪਦੀ ਕਾਗਜ਼ੀ ਕਾਰਵਾਈ ਕੰਪਲੀਟ ਕਰ ਲੈਣੀ ਹੈ। ਇਹ ਸਾਡੇ ਨਾਲ ਮਤਲਬ ਪਰਸੋਂ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ। ਨਾਲ ਅਗਲੀ ਗੱਲ ਉਹਨਾਂ ਨੇ ਇਹ ਕਿਹਾ ਸੀਗਾ ਕਿ ਮੈਂ ਧੰਨਵਾਦੀ ਹਾਂ ਪ੍ਰਸ਼ਾਸਨ ਦਾ, ਸਰਕਾਰ ਦਾ, ਔਰ ਉਹ ਸਭ ਤੋਂ ਜ਼ਿਆਦਾ ਸੰਧੂ ਸਾਹਿਬ ਦਾ ਕਿ ਜਿਨ੍ਹਾਂ ਨੇ ਬੜਾ ਜ਼ੋਰ ਲਾਉਂਦੇ ਰਹੇ। ਉੱਥੇ ਵੀ ਉੱਠ ਕੇ 2 ਵਾਰੀ ਇਹ ਗੱਲ ਕਿਹਾ ਇਹਨਾਂ ਨੇ ਕਿ ਵੀ ਇਹ ਆਪਾਂ ਜਲਦੀ ਨਿਪਟਾਰਾ ਕਰਨਾ ਜੀ ਇਸ ਗੱਲ ਦਾ। ਤਾਂ ਉਹ ਗੱਲ ਉਹਨਾਂ ਨੇ ਕਿਹਾ ਸੀਗਾ ਕਿ ਵਿਦਿਨ ਵੀਕ ਅਸੀਂ ਤੁਹਾਡੇ ਇਸ ਲੈਟਰ ਦਾ ਮਸਲਾ ਹੱਲ ਕਰ ਦਿਆਂਗੇ। ਤੇ ਮੈਂ ਧੰਨਵਾਦੀ ਹਾਂ ਪ੍ਰਸ਼ਾਸਨ ਦਾ ਔਰ ਸਰਕਾਰ ਦਾ, ਜਿਨ੍ਹਾਂ ਨੇ ਬੜਾ ਹੰਭਲਾ ਮਾਰਿਆ ਸਾਡੇ ਸੰਧੂ ਸਾਹਿਬ ਦਾ, ਜਿਨ੍ਹਾਂ ਨੇ ਬੜੀ ਛੇਤੀ 2 ਦਿਨਾਂ ਦੇ ਵਿੱਚ ਇਸ ਮਸਲੇ ਨੂੰ ਹੱਲ ਕਰਕੇ ਤੇ ਅੱਜ ਤੁਹਾਡੇ ਵਿੱਚ ਤੁਹਾਡੇ ਦਰਮਿਆਨ ਆਪਣਾ ਉਹ ਪੱਤਰ ਲੈ ਕੇ ਆਏ ਆ। ਇਸ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਔਰ ਸਰਕਾਰ ਸਾਡੀ ਵੀ ਵਧਾਈ ਦੀ ਪਾਤਰ ਆ, ਜਿਨ੍ਹਾਂ ਨੇ ਭਾਵੇਂ ਖਰੇ ਇੱਕ ਹਾਲਾਤ ਬਣ ਗਿਆ ਸੀ ਵਿੱਚ ਕੋਵਿਡ ਦੇ ਪ੍ਰੋਬਲਮ ਆ ਗਈ ਸੀ, ਉਹਦੇ ਕਰਕੇ ਸਮੱਸਿਆਵਾਂ ਆਉਂਦੀਆਂ ਰਹੀਆਂ, ਲੇਟ ਹੁੰਦਾ ਰਿਹਾ ਪ੍ਰੋਗਰਾਮ, ਲੇਕਿਨ ਆਪਣੇ ਨਾਲ ਕੀਤੀ ਹੋਈ ਕਮਿਟਮੈਂਟ ਨੂੰ ਉਹਨਾਂ ਨੇ ਪੂਰਾ ਕੀਤਾ। ਇਸ ਲਈ ਉਹ ਤੇ ਆਪਾਂ ਸਾਰੇ ਮਿਲ ਕੇ ਵਧਾਈ ਦੇ ਪਾਤਰ ਆ। ਇਸ ਲਈ ਮੈਂ 2 ਨਾਅਰੇ ਲਵਾਉਂਗਾ ਤੁਹਾਨੂੰ ਸਾਰਿਆਂ ਨੂੰ, ਉਹ ਬੜੇ ਜ਼ੋਰ ਸ਼ੋਰ ਦੇ ਨਾਲ, ਤਾਂ ਇਹਦੇ ਵਿੱਚ ਜ਼ੋਰ ਸ਼ੋਰ ਦੇ ਨਾਲ ਤੁਸੀਂ ਉਹ ਨਾਅਰੇ ਦਾ ਜਵਾਬ ਦੇਣਾ ਹੈ। ਕਿਸਾਨ ਏਕਤਾ ਜਿੰਦਾਬਾਦ, 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 ਕਿਸਾਨਾਂ ਦਾ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਬਹੁਤ ਬਹੁਤ ਧੰਨਵਾਦ। ਹੁਣ ਤੁਹਾਡੇ ਨਾਲ ਇਹ ਗੱਲਬਾਤ ਸਾਡੇ ਸਤਿਕਾਰਯੋਗ ਸੰਧੂ ਸਾਹਿਬ ਉਹ ਆਪ ਖੁਦ ਕਰਨਗੇ, ਖੁਦ ਦੱਸਣਗੇ ਔਰ ਲੈਟਰ ਵੀ ਆਪਾਂ ਨੂੰ ਦੇ ਕੇ ਜਾਣਗੇ। ਧੰਨਵਾਦ ਜੀ। ਬੈਠੀ ਸਾਰੀ ਸੰਗਤ, ਸਭ ਤੋਂ ਪਹਿਲਾਂ ਆਪकी ਹਾਜ਼ਰੀ ਪਾਉਣਾ ਹੈ, ਫਤਿਹ ਬੁਲਾਉਣਾ ਹੈ, ਫਤਿਹ ਕਬੂਲ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। प्रधान जी जगजीत सिंह जी और इन्हों की सारी टीम और सारी संगत जी,
ਮੇਰਾ ਕੁਨਾਲ ਪ੍ਰਧਾਨ ਜੀ ਹੱਥ ਨਾਲ ਪਿੱਛੇ ਰੱਖ ਲੈ ਯਾਰ। ਜਿਹੜਾ ਰਿਸ਼ਤਾ ਹੈਗਾ ਉਹ ਤਕਰੀਬਨ 3 ਸਾਲ ਪੁਰਾਣਾ ਹੈ। ਸ਼ੁਰੂਆਤ ਜਿੱਥੋਂ ਮਰਜ਼ੀ ਹੋਈ, ਹਾਲਾਤ ਜਿਹੋ ਜਿਹੇ ਮਰਜ਼ੀ ਬਣੇ, ਪਰ ਇਹ ਜਿਹੜਾ ਰਿਸ਼ਤਾ ਹੈਗਾ ਇਹ ਪਰਦਰ ਪਰ ਕਾਇਮ ਰਿਹਾ। ਕਿਸਾਨੀ ਦੀ ਗੱਲ ਕਰੀਏ ਔਰ ਇਸ ਸਰਕਾਰ ਦੀ ਗੱਲ ਕਰੀਏ, ਇਹ ਕਿਸੇ ਤੋਂ ਇਹ ਗੱਲ ਲੁਕੀ ਨਹੀਂ ਔਰ ਤੁਸੀਂ ਸਾਰੇ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਸਾਨਾਂ ਦੇ ਹੱਕ ਲਈ ਹਮੇਸ਼ਾ ਲੜਾਈ ਲੜੀ ਹੈ। ਮੈਂ ਬਾਹਲਾ ਪਿੱਛੇ ਨਹੀਂ ਜਾਊਂਗਾ। ਜੇ ਆਪਾਂ ਮੌਜੂਦਾ ਕਿਸਾਨ ਸੰਘਰਸ਼ ਦੀ ਗੱਲ ਕਰੀਏ ਤਾਂ ਪ੍ਰਧਾਨ ਜੀ, ਤੁਸੀਂ ਔਰ ਤੁਹਾਡੀ ਟੀਮ ਇਸ ਗੱਲ ਦੀ ਗਵਾਹ ਹੈ ਕਿ ਆਪਾਂ ਸਰਕਾਰ ਨਾਲ ਲਗਾਤਾਰ ਇਸ ਸੰਘਰਸ਼ ਨੂੰ ਲੈ ਕੇ, ਇਸ ਕਾਲੇ ਕਾਨੂੰਨਾਂ ਨੂੰ ਲੈ ਕੇ ਮੀਟਿੰਗਾਂ ਕਰਦੇ ਰਹੇ। ਤੁਹਾਡੇ ਵੱਲੋਂ ਜੋ ਜੋ ਹੁਕਮ, ਜੋ ਜੋ ਗੱਲਾਂ ਆਖੀਆਂ ਗਈਆਂ, ਉਸ ਨੂੰ ਪੂਰਾ ਕਰਨ ਦੀ ਹਰ ਕੋਸ਼ਿਸ਼ ਕੀਤੀ ਗਈ। ਪੰਜਾਬ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਜੀ ਨੇ ਔਰ ਵਿਧਾਨ ਸਭਾ ਦੇ ਵਿੱਚ ਉਹ ਕਾਲੇ ਕਾਨੂੰਨ ਜਿਹੜੇ ਸੀ ਰੱਦ ਕੀਤੇ। ਉਸ ਤੋਂ ਬਾਅਦ ਜਦੋਂ ਇੱਕ ਸਮਾਂ ਆਇਆ ਜਦੋਂ ਪੰਜਾਬ ਦਾ ਹਰ ਕਿਸਾਨ ਔਰ ਪੰਜਾਬੀ, ਇਕੱਲਾ ਕਿਸਾਨ ਨਹੀਂ, ਸਾਰੇ ਪੰਜਾਬੀ ਵਾਸੀ ਨੇ ਮਨ ਬਣਾ ਲਿਆ ਦਿੱਲੀ ਜਾਣ ਦਾ। ਜਿੰਨੇ ਮਰਜ਼ੀ ਦਿੱਲੀ ਤੋਂ ਹੁਕਮ ਆਏ, ਪੰਜਾਬ ਦੇ ਮੁੱਖ ਮੰਤਰੀ ਨੇ ਕੋਈ ਪਰਵਾਹ ਨਹੀਂ ਕੀਤੀ। ਔਰ ਅੱਜ ਸਾਡਾ ਜਿਹੜਾ ਸੰਘਰਸ਼ ਹੈ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਉਸੇ ਤਰੀਕੇ ਨਾਲ ਦਿੱਲੀ ਵਿੱਚ ਜਾਰੀ ਹੈ ਔਰ ਵਾਹਿਗੁਰੂ ਮਿਹਰ ਕਰੂਗਾ ਕਿ ਅਸੀਂ ਉਹ ਮੋਰਚਾ ਉੱਥੋਂ ਫਤਿਹ ਕਰਕੇ ਆਵਾਂਗੇ। ਪ੍ਰਧਾਨ ਜੀ, ਜਦੋਂ ਜੈਤੋ ਦੇ ਮੋਰਚੇ ਵਿੱਚ ਉਸ ਕਿਸਾਨ ਨੇ ਕਿਸੇ ਵੀ ਕਾਰਨਾਂ ਕਰਕੇ ਸ਼ਹੀਦੀ ਪ੍ਰਾਪਤ ਕੀਤੀ ਸੀ ਤਾਂ ਮੈਨੂੰ ਉਸ ਦਿਨ ਸ਼ਾਮ ਦਾ ਵਾਕਿਆ ਯਾਦ ਹੈ। ਇਸੇ ਤਰੀਕੇ ਨਾਲ ਸੰਗਤ ਉੱਥੇ ਬੈਠੀ ਸੀ, ਪੂਰੇ ਅਮਨ ਨਾਲ, ਜਿਵੇਂ ਅੱਜ ਇੱਥੇ ਬੈਠੇ ਆ, ਉਦੋਂ ਉੱਥੇ ਵੀ ਬੈਠੇ ਸੀ। ਮੇਰੇ ਹਿਸਾਬ ਨਾਲ ਉਦੋਂ ਠੰਡ ਦਾ ਤਗੜੀ ਠੰਡ ਪੈ ਰਹੀ ਸੀ। ਇਸ ਦੇ ਬਾਵਜੂਦ ਜਿਹੜੀ ਸੰਗਤ ਸੀ ਉਸ ਵਿੱਚ ਧਰਮਾ ਸੀ ਔਰ ਉਸ ਵਿੱਚ ਇਸੇ ਕਿਸਮ ਦੀ ਅਮਨ ਦੇ ਤਰੀਕੇ ਨਾਲ ਆਪ ਦੀ ਗੱਲ ਰੱਖਣ ਦੀ ਸੋਚ ਸੀ। ਤੁਸੀਂ, ਤੁਹਾਡੀ ਟੀਮ ਨੇ ਉਸ ਪੂਰੇ ਦਿਨ ਜੋ ਵੀ ਗੱਲਬਾਤ ਹੋਈ, ਉਸ ਗੱਲਬਾਤ ਵਿੱਚ ਮੈਨੂੰ ਮੁੱਖ ਮੰਤਰੀ ਸਾਹਿਬ ਵੱਲੋਂ ਹੁਕਮ ਹੋਇਆ ਸੀ, ਕਿਉਂਕਿ ਹਰ ਕਿਸਾਨ ਦੀ ਜੋ ਦੁੱਖ ਤਕਲੀਫ ਹੈ ਉਸ ਤੋਂ ਉਹ ਬਹੁਤ ਚੰਗੀ ਤਰ੍ਹਾਂ ਜਾਣੂ ਹੈ। ਜੋ ਵੀ ਆਪਣੀਆਂ ਉੱਥੇ ਗੱਲਾਂ ਹੋਈਆਂ ਸੀ ਉਹ ਸਾਰੀਆਂ ਪੂਰੀਆਂ ਹੋਈਆਂ ਸੀ। ਸਿਰਫ ਇੱਕ ਗੱਲ ਰਹਿ ਗਈ ਸੀ ਔਰ ਤੁਸੀਂ ਔਰ ਤੁਹਾਡੀ ਟੀਮ ਨੇ ਸਰਕਾਰ ਦੀ ਸੋਚ ਵਿੱਚ, ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਕੀਤੇ ਵਾਅਦੇ ਵਿੱਚ ਵਿਸ਼ਵਾਸ ਰੱਖਿਆ ਔਰ ਉਸ ਦਿਨ ਸ਼ਾਮ ਨੂੰ ਸਾਡੀਆਂ ਸਾਰੀਆਂ ਗੱਲਾਂ ਜ਼ੁਬਾਨੀ ਹੋਈਆਂ ਸੀ। ਇੱਥੇ ਪੰਜਾਬ ਪੁਲਿਸ ਦੇ ਅਫਸਰ ਸਾਹਿਬਾਨ ਵੀ ਹਾਜ਼ਰ ਹੈ, ਉਹਨਾਂ ਦੀ ਹਾਜ਼ਰੀ ਵਿੱਚ ਸਾਰੀਆਂ ਗੱਲਾਂ ਆਪਣੀਆਂ ਜ਼ੁਬਾਨੀ ਤੁਸੀਂ ਵਿਸ਼ਵਾਸ ਕੀਤਾ ਸੀ। ਜੋ ਮੁੱਖ ਮੰਤਰੀ ਸਾਹਿਬ ਨੇ ਉੱਥੋਂ ਸੰਦੇਸ਼ ਭੇਜਿਆ ਸੀ, ਤੁਹਾਡਾ ਉਸ ਗੱਲ ਦਾ ਵੀ ਬਹੁਤ ਧੰਨਵਾਦ ਕਰਦਾ ਹੈ। ਬਾਕੀ ਗੱਲਾਂ ਸਾਰੀਆਂ ਪੂਰੀਆਂ ਹੋ ਗਈਆਂ ਸੀ ਸਮੇਂ ਨਾਲ। ਇਹ ਗੱਲ ਕਈ ਕਾਰਨਾਂ ਕਰਕੇ, ਇਹ ਨਹੀਂ ਸੀਗਾ ਕਿ ਜਿਹੜੀ ਇਹ ਨੌਕਰੀ ਦੀ ਗੱਲ ਸੀ ਇਹ ਚੱਲੀ ਨਹੀਂ ਸੀ, ਚੱਲੀ ਗਈ ਸੀ, ਪਰ ਤੁਹਾਡੀ ਕਮੇਟੀ ਵੱਲੋਂ ਔਰ ਸੰਗਤ ਵੱਲੋਂ ਉਸ ਨੂੰ ਲੈ ਕੇ ਕੁਝ ਗੱਲਾਂ, ਕੋਈ ਸੋਚ ਸੀ, ਜਿਸ ਕਰਕੇ ਇਸ ਗੱਲ ਦੇ ਵਿੱਚ ਦੇਰੀ ਰਹੀ। ਤੇਰਾ ਮਹਾਂਮਾਰੀ ਦਾ ਸਮਾਂ ਆ ਗਿਆ, ਹਾਲਾਤ ਕੁਝ ਹੋਰ ਪਾਸੇ ਹੋ ਗਏ, ਫਿਰ ਕਿਸਾਨੀ ਸੰਘਰਸ਼ ਦਾ ਸਮਾਂ ਆ ਗਿਆ। ਆਪਣਾ ਸਾਰਿਆਂ ਦਾ ਜਿਹੜਾ ਧਿਆਨ ਸੀ ਉਧਰ ਲੱਗ ਗਿਆ। ਤੁਸੀਂ ਪਰਸੋਂ ਆਪਦੀ ਟੀਮ ਨਾਲ ਉੱਥੇ ਹਾਜ਼ਰ ਹੋਏ, ਜਿਹੜੀ ਸਾਰੀ ਗੱਲਬਾਤ ਸੀ ਰੱਖੀ ਗਈ
ਉੱਥੋਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਗੱਲਬਾਤ ਹੋਈ ਔਰ ਉੱਥੇ ਹੀ ਤੁਹਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਤੁਸੀਂ ਹਫ਼ਤੇ ਦੀ ਗੱਲ ਨਾ ਕਰੋ, ਅਸੀਂ ਅਗਲੇ 1-2 ਦਿਨਾਂ ਦੇ ਵਿੱਚ ਹੀ ਮੁੱਖ ਮੰਤਰੀ ਸਾਹਿਬ ਤੋਂ ਜਿਹੜਾ ਇੱਕ ਜੋ ਤੁਹਾਡੀ ਤੁਸੀਂ ਹੁਕਮ ਲਾਇਆ ਸੀ ਜਾਂ ਬੇਨਤੀ ਕੀਤੀ ਸੀ ਉਸ ਨੂੰ ਅਸੀਂ ਸਿਰੇ ਚੜਾਵਾਂਗੇ। ਅੱਜ ਜਿੱਥੇ ਉਸ ਭਰਾ ਦੀ ਜੋ ਅੱਜ ਸਾਡੇ ਵਿੱਚੋਂ ਜਾ ਚੁੱਕਿਆ, ਉਸ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆ ਮੈਂ ਇੱਕ ਵਾਰੀ ਫਿਰ ਉਸ ਦੇ ਪਰਿਵਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ, ਉਹਨਾਂ ਦੀ ਸਰਕਾਰ ਵੱਲੋਂ ਫਿਰ ਦੁੱਖ ਸਾਂਝਾ ਕਰਦਾ। ਉੱਥੇ ਨਾਲ ਮੈਂ ਜੇ ਤੁਹਾਡੀ ਇਜਾਜ਼ਤ ਹੋਵੇ ਪ੍ਰਧਾਨ ਜੀ ਤਾਂ ਮੈਂ ਚਿੱਠੀ ਦੇ 4 ਲਾਈਨਾਂ ਪੜ੍ਹ ਕੇ ਸੁਣਾ ਕੇ ਤੁਹਾਨੂੰ ਦੇਣੀਆਂ ਚਾਹੁੰਦਾ। ਗੱਲ ਖਤਮ ਹੋਣ ਵਾਲੀ ਆ। ਇਹ ਚਿੱਠੀ ਜਿਹੜੀ ਜਾਰੀ ਹੋਈ ਹੈ ਸਿੱਖਿਆ ਵਿਭਾਗ ਵੱਲੋਂ ਜਾਰੀ ਹੋਈ ਹੈ। ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਮੋਹਾਲੀ, ਪੰਜਾਬ ਸਰਕਾਰ ਦੇ ਪੱਤਰ ਨੰਬਰ 6789 ਪੱਤਰ ਨੰਬਰ ਹੈਗੇ ਆ ਜੀ ਉਸ ਅਧੀਨ ਔਰ ਭਾਰਤੀ ਦੇ ਵਿਸ਼ੇਸ਼ ਹਾਲਾਤਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਜੋ ਉਹਨਾਂ ਨੇ ਪੱਤਰ ਸਰਕਾਰ ਨੂੰ ਲਿਖਿਆ ਸੀ ਉਹਦਾ ਵੇਰਵਾ ਦੇ ਕੇ ਜੋ ਸਿਫਾਰਿਸ਼ ਕੀਤੀ ਗਈ ਸੀ ਕਿ 3 ਸਾਲ ਜਿਹੜਾ ਸਰਵਿਸ ਦੇ ਵਿੱਚ ਆਪਾਂ ਸਮਾਂ ਹੁੰਦਾ ਜਿਸ ਦੇ ਵਿੱਚ ਆਪਾਂ ਟ੍ਰੇਨਿੰਗ ਦਾ ਉਸ ਦੀ ਸ਼ੁਰੂਆਤ ਕਰਕੇ ਗੁਰਵਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਕੋਟੜਾ ਕੋੜਿਆਂਵਾਲਾ ਜ਼ਿਲ੍ਹਾ ਬਠਿੰਡਾ ਨੂੰ ਤਰਸ ਦੇ ਆਧਾਰ ਤੇ ਬਤੌਰ ਸੇਵਾਦਾਰ ਸੀਨੀਅਰ ਸੈਕੰਡਰੀ ਸਕੂਲ ਮੰਡੀ ਫੂਲ ਰਾਮਪੁਰਾ ਮੁੰਡਿਆਂ ਦੇ ਸਕੂਲ ਦੇ ਵਿੱਚ ਹੇਠ ਲਿਖੀਆਂ ਸ਼ਰਤਾਂ ਅਧੀਨ ਅਸਥਾਈ ਪ੍ਰੋਵੀਜ਼ਨਲ ਨੌਕਰੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਤੇ ਥੱਲੇ 17 ਜਿਹੜੇ ਕੰਡੀਸ਼ਨ ਆਫ ਸਰਵਿਸ ਦੇ ਪੁਆਇੰਟ ਹੈ ਉਹ ਲਿਖੇ ਗਏ ਆ। ਅਖੀਰ ਦੇ ਵਿੱਚ ਜਿਵੇਂ ਹਰ ਚਿੱਠੀ ਨਿਯੁਕਤੀ ਪੱਤਰ ਹੁੰਦਾ ਹੈ ਲਿਖਿਆ ਗਿਆ ਕਿ ਜੇਕਰ ਆਪ ਨੂੰ ਮਤਲਬ ਕਿ ਸਾਡੇ ਬੇਟੇ ਨੂੰ ਭਰਾ ਨੂੰ ਛੋਟੇ ਨੂੰ ਇਹ ਸਾਰੀਆਂ ਸ਼ਰਤਾਂ ਦੀ ਜਿਹੜੀ ਹੈਗੀ ਆ ਸਵੀਕਾਰ ਹੈਗੀ ਆ ਤੇ ਉਹ ਨਿਯੁਕਤੀ ਪੱਤਰ ਜਾਰੀ ਹੋਣ ਤੋਂ 1 ਮਹੀਨੇ ਦੇ ਅੰਦਰ ਜ਼ਿਲ੍ਹਾ ਸਿੱਖਿਆ ਅਫਸਰ ਬਠਿੰਡਾ ਪਾਸ ਇਹਨਾਂ ਹਕਮਾਂ ਨੂੰ ਪਿੱਠ ਅੰਕਿਤ ਕਰਵਾਉਣ ਉਪਰੰਤ ਜਿਹੜੇ ਪ੍ਰਿੰਸੀਪਲ ਹੈਗੇ ਆ ਸਕੂਲ ਦੇ ਉਹਨਾਂ ਕੋਲ ਪੇਸ਼ ਹੋ ਕੇ ਆਪਦੀ ਹਾਜ਼ਰੀ ਲਵਾਉਣ। ਇਹ ਜਿਹੜੀ ਚਿੱਠੀ ਹੈਗੀ ਆ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀਆਂ ਹਦਾਇਤਾਂ ਅਤੇ ਉਹਨਾਂ ਦੇ ਹੁਕਮਾਂ ਅਨੁਸਾਰ ਮੈਂ ਪ੍ਰਧਾਨ ਜੀ ਨੂੰ ਔਰ ਉਹਨਾਂ ਦੇ ਪਰਿਵਾਰ ਦੇ ਲੜਕੇ ਨੂੰ ਤੁਸੀਂ ਇੰਨੀ ਦੇਰ ਬਾਅਦ ਮੇਰਾ ਖਿਆਲ ਹੈ ਪਹਿਲੀ ਵਾਰੀ ਮੋਰਚੇ 'ਚ ਕਿਸੇ ਮਤਲਬ ਸੀਨੀਅਰ ਆਗੂ ਦੀ ਹਾਜ਼ਰੀ ਲੱਗੀ ਹੈ ਤੇ 2 ਸਾਲ ਦਾ ਸਮਾਂ ਲੰਘ ਗਿਆ, ਇੰਨਾ ਕਿਉਂ ਸੋਚਣਾ ਪਿਆ ਸਰਕਾਰ ਨੂੰ ਸਿਰਫ ਇੱਕ ਨੌਕਰੀ ਦੇਣ ਵਾਸਤੇ? ਕੋ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਜੋ ਗੱਲਾਂ ਮੈਂ ਅੱਜ ਕਿਸਾਨ ਵੀਰਾਂ ਅੱਗੇ ਰੱਖੀਆਂ ਉਹਦੇ ਵਿੱਚ ਮੈਂ 2-4 ਚੀਜ਼ਾਂ ਦਾ ਹੋਰ ਵੀ ਵਾਅਦਾ ਕਰਨਾ ਚਾਹੁੰਦਾ। ਗੱਲ ਕਿਸਾਨ ਮੋਰਚੇ ਦੀ ਨਹੀਂ ਇਕੱਲੀ, ਗੱਲ ਇਹ ਹੈਗੀ ਹੈ ਕਿ ਭਾਵੇਂ ਸਾਡੇ ਕਿਸਾਨ ਭਰਾ ਕਿਸੇ ਕਾਰਨ ਜਿਹੜੇ ਮੋਰਚੇ 'ਚ ਉੱਥੇ ਗਏ ਔਰ ਆਉਂਦੇ ਹੋਏ ਜਾਂ ਉੱਥੇ ਰਹਿੰਦੇ ਹੋਏ ਸ਼ਹੀਦੀਆਂ ਪਾ ਗਏ, ਉਹਨਾਂ ਲਈ ਵੀ ਕੈਪਟਨ ਅਮਰਿੰਦਰ ਸਿੰਘ ਜੀ ਨੇ 5 ਲੱਖ ਰੁਪਈਆ ਔਰ ਨਾਲ ਨੌਕਰੀ ਦਾ ਐਲਾਨ ਕੀਤਾ। ਤੁਹਾਡਾ ਸਵਾਲ ਇਸ ਨੌਕਰੀ ਦਾ ਸੀ। ਇਹ ਨੌਕਰੀ ਜਿਹੜੀ ਸੀ ਬੜੇ ਸਿਰ ਨਿਵਾ ਕੇ ਜਦੋਂ ਇਹ ਆਪਾਂ ਮੋਰਚਾ ਖਤਮ ਕਰਾਇਆ ਸੀ ਉੱਥੇ ਮੰਨੀ ਗਈ ਸੀ ਇਹਨਾਂ ਨਾਲ ਗੱਲਬਾਤ ਕਰਕੇ, ਔਰ ਇਹ ਜਿਹੜੀ ਪੇਸ਼ਕਸ਼ ਸੀ ਇਹਨਾਂ ਨੂੰ ਨੌਕਰੀ ਦੀ ਸਮੇਂ ਤੇ ਉਦੋਂ ਹੋਈ। ਕਈ ਕਾਰਨਾਂ ਕਰਕੇ ਜਿਹੜੇ ਕਾਰਨ ਇਹ ਦੱਸ ਸਕਦੇ ਜ਼ਿਆਦਾ ਇਹਨਾਂ ਨੇ ਮਹਿਸੂਸ ਕੀਤਾ ਕਿ ਸਾਨੂੰ ਇਸ ਪਾਰਟਿਕੂਲਰ ਡਿਪਾਰਟਮੈਂਟ ਦੀ ਨੌਕਰੀ ਨਹੀਂ, ਸਾਨੂੰ ਇਸ ਦੀ ਚਾਹੀਦੀ ਹੈ। ਉਹ ਗੱਲਬਾਤ ਜਦੋਂ ਸ਼ੁਰੂ ਹੋਈ ਉਸ ਤੋਂ ਬਾਅਦ ਕਰੋਨਾ ਦਾ ਦੌਰ ਆ ਗਿਆ, ਜਿਸ ਕਰਕੇ
ਆਪਾਂ ਸਾਰੇ ਉਧਰ ਚਲੇ ਗਏ, ਫਿਰ ਕਿਸਾਨੀ ਸੰਘਰਸ਼ ਦਾ ਸਮਾਂ ਆ ਗਿਆ, ਉਧਰ ਚਲੇ ਗਏ। ਔਰ ਅੱਜ ਜਦੋਂ ਇਹ ਗੱਲਬਾਤ ਦੁਬਾਰਾ ਪਿਛਲੇ ਦਿਨ ਸ਼ੁਰੂ ਹੋਈ, ਉਹੀ ਜਿਹੜੀ ਚੀਜ਼ ਸੀ ਜਦੋਂ ਉਹਦੇ ਵਿੱਚ ਉਹ ਸਮਾਂ ਪਹੁੰਚਿਆ, ਉਹ ਜਿਹੜੀ ਅੱਜ ਚਿੱਠੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਹਦਾਇਤ ਹੋਈ ਦੇਣ ਦੀ, ਉਹ ਅੱਜ ਮੈਂ ਦੇਣਾ। ਸੁਖਬੀਰ ਬਾਦਲ ਨੇ ਅੱਜ ਐਲਾਨ ਕਰ ਦਿੱਤਾ ਜਿੰਨੇ ਕਿਸਾਨ ਸ਼ਹੀਦ ਹੋਏ ਉਹਨਾਂ ਨੂੰ ਸਾਡੀ ਕੈਬਨਿਟ ਸਰਕਾਰ ਆਉਣ ਤੇ ਕੈਬਨਿਟ ਦੀ ਮੀਟਿੰਗ ਦੇ ਵਿੱਚ ਪਹਿਲਾ ਫੈਸਲਾ ਵੀ ਹਰ ਇੱਕ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ, ਪਰਿਵਾਰਕ ਮੈਂਬਰ ਨੂੰ। ਉਸ ਤੋਂ ਬਾਅਦ ਉਹਨਾਂ ਪੜ੍ਹਾਈ ਦਾ ਖਰਚਾ ਬੱਚਿਆਂ ਦਾ ਮੁਫਤ ਕੀਤਾ ਜਾਵੇਗਾ। ਸੁਖਬੀਰ ਬਾਦਲ ਨੇ ਐਲਾਨ ਕੀਤਾ। ਸਾਡੀ ਸਰਕਾਰ ਤਾਂ ਕੈਪਟਨ ਅਮਰਿੰਦਰ ਦੀ ਸਰਕਾਰ ਤਾਂ ਪਹਿਲਾਂ ਹੀ ਇਹ ਦੇ ਰਹੀ ਹੈ ਜੀ। ਕੋਈ ਹੋਰ ਚੀਜ਼ ਅਨਾਉਂਸ ਕਰਦੇ ਤਾਂ ਚੰਗੀ ਗੱਲ ਸੀ। ਜ਼ਰੂਰੀ ਸੀਗਾ ਕਿ ਸਰ ਸੁਖਬੀਰ ਸਿੰਘ ਬਾਦਲ ਉਹ ਦਿਨ ਯਾਦ ਕਰਦੇ ਜਿੱਦਣ ਕਾਲੇ ਕਾਨੂੰਨਾਂ ਤੇ ਬੀਜੇਪੀ ਦਾ ਸਹਿਯੋਗੀ ਬਣ ਕੇ ਉਹਨਾਂ ਨੇ ਦਸਤਖਤ ਕੀਤੇ, ਕੈਬਨਿਟ ਦੇ ਮੈਂਬਰ ਹੋ ਕੇ ਆਰਡੀਨੈਂਸ ਦੇ ਉੱਤੇ ਦਸਤਖਤ ਕੀਤੇ। ਉਦਣ ਉਹ ਇਹ ਗੱਲਾਂ ਯਾਦ ਕਰਦੇ ਤੇ ਅੱਜ ਆ ਸੰਘਰਸ਼ ਤੇ ਅੱਜ ਇਹੋ ਜਿਹੇ ਐਲਾਨ ਕਰਨ ਦੀ ਜ਼ਰੂਰਤ ਨਾ ਪੈਂਦੀ। ਸੰਘਰਸ਼ ਲਈ ਜਿਹੜਾ ਹੈਗਾ ਸੰਘਰਸ਼ ਰਾਹੀਂ ਨੌਕਰੀ ਮਿਲੂਗੀ ਪੰਜਾਬ ਦੇ ਨੌਜਵਾਨਾਂ ਨੂੰ? ਜੀ ਨਹੀਂ, ਇਹ ਅੱਜ ਆਪਾਂ ਕਿਸਾਨੀ ਸੰਘਰਸ਼ ਦੀ ਗੱਲ ਕਰ ਰਹੇ ਹਾਂ। ਪੰਜਾਬ ਔਰ ਆਪਾਂ ਸਾਰੇ ਪੰਜਾਬੀ ਕਿਸਾਨੀ ਔਰ ਕਿਸਾਨੀਅਤ ਨਾਲ ਜੁੜੇ ਹੋਏ ਹਾਂ। ਸੰਘਰਸ਼ ਜਿਹੜਾ ਅੱਜ ਦੇ ਦਿਨ 'ਚ ਹੈ ਉਹ ਦਿੱਲੀ ਦਰਬਾਰ 'ਚ ਬੈਠਾ ਹੋਇਆ। ਜਿਹੜੀ ਉੱਥੋਂ ਦੀ ਕੇਂਦਰ ਸਰਕਾਰ ਹੈ ਉਹਨਾਂ ਦੇ ਸਿਰ ਤੇ ਜੂੰ ਨਹੀਂ ਸਰਕ ਰਹੀ। ਜਿਹੜੇ ਹਾਲਾਤ ਉੱਥੇ ਔਰ ਜਿਹੜੇ ਹਾਲਾਤਾਂ ਦੇ ਉੱਤੇ ਸੰਘਰਸ਼ ਚੱਲ ਰਹੇ ਆ, ਉਸ ਸੰਘਰਸ਼ ਨੂੰ ਜਾ ਕੇ ਤੁਸੀਂ ਸਾਰਿਆਂ ਨੇ ਕਵਰ ਵੀ ਕੀਤਾ ਔਰ ਆਪਦੇ ਚੈਨਲ ਰਾਹੀਂ ਜਾਰੀ ਵੀ ਕੀਤਾ। ਔਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਇਹ ਸੋਚ ਹੈ ਕਿ ਜਿਸ ਪਰਿਵਾਰ ਨੂੰ ਇਸ ਕਿਸਮ ਦਾ ਮਾਹੌਲ ਆਉਂਦਾ ਜਿੱਥੇ ਕਿ ਉਹਨਾਂ ਦਾ ਪਰਿਵਾਰ ਦਾ ਜੀ ਸਦੀਵਾ ਵਿਛੋੜਾ ਜਾਂਦਾ, ਉਸ ਪਰਿਵਾਰ ਦੀ ਸਰਕਾਰੀ ਤੌਰ ਤੇ ਨਿੱਜੀ ਮਦਦ ਕਰਨਾ ਔਰ ਉਹਨਾਂ ਨੂੰ ਨੌਕਰੀ ਦਿਵਾਉਣਾ ਉਹਨਾਂ ਦਾ ਡਿਊਟੀ ਤੇ ਫਰਜ਼ ਹੈ। ਇਹ ਜਿਹੜੇ ਧਰਨੇ ਲੱਗੇ ਹੋਏ ਆ, ਤੁਹਾਨੂੰ ਮੈਂ ਇਹ ਦੱਸਣਾ ਚਾਹੁੰਦਾ ਜਿਹੜੇ ਸਿੱਖਿਆ ਪ੍ਰੋਵਾਈਡਰ ਨੇ ਧਰਨੇ ਲਾਏ, ATT ਟੀਚਰਸ ਨੇ ਧਰਨੇ ਲਾਏ, ਜਿਹੜਿਆਂ ਨੇ ਟੈਕਟ ਪਾਸ ਕੀਤਾ ਅਨਐਮਪਲੋਇਡ, ਉਹਨਾਂ ਸਾਰਿਆਂ ਨਾਲ ਪਿਛਲੇ 3 ਦਿਨਾਂ 'ਚ ਗੱਲਬਾਤ ਹੋ ਗਈ। ਔਰ ਮੈਂ ਤੁਹਾਨੂੰ ਖੁਸ਼ੀ ਨਾਲ ਦੱਸਣਾ ਚਾਹੁੰਦਾ ਕਿ ਉਹ ਜਿਹੜੀਆਂ ਗੱਲਬਾਤ ਹੋਈ ਹੈ ਉਹ ਸਿਰੇ ਚੜ੍ਹੀ ਹੈ ਔਰ ਉਹਨਾਂ ਨੇ ਜਿਹੜੇ ਆਪਦੇ ਧਰਨੇ ਹੈਗੇ ਆ ਉਹ ਵਾਪਸ ਲੈਣ ਦੇ ਐਲਾਨ ਕੀਤੇ ਆ। ਬਿਜਲੀ ਸੰਕਟ ਬੜਾ ਪੈਦਾ ਹੋ ਗਿਆ, ਹੁਣ ਤਲਵੰਡੀ ਸਾਬੋ ਯੂਨਿਟ ਹੁਣ ਬੰਦ ਹੋ ਗਿਆ ਪ੍ਰੋਪਰਲੀ, ਹੈ ਨਾ, ਕਾਰੋਬਾਰੀ ਇੰਡਸਟਰੀ ਬੰਦ ਕਰ ਦਿੱਤੀ ਗਿਆ ਤੇ ਵਿਰੋਧੀ ਨਿਸ਼ਾਨਾ ਸਾਧ ਰਹੇ ਵੀ ਸਰਕਾਰ ਨੇ ਕੁਝ ਕਦਮ ਨਹੀਂ ਚੁੱਕੇ। ਕੋਈ ਵੀ ਚੀਜ਼ ਮਕੈਨੀਕਲ ਚੀਜ਼ ਜੇ ਕਿਤੇ ਖੜ ਜਾਂਦੀ ਹੈ ਉਸ ਦੇ ਵਿੱਚ ਇਹੋ ਜਿਹੀ ਦਿੱਕਤ ਆਉਂਦੀ ਹੈ। ਇਹੀ ਕਾਰਨ ਹੈ ਸਰਕਾਰ ਲਗਾਤਾਰ ਬਿਜਲੀ ਖਰੀਦ ਰਹੀ ਹੈ। 1000 ਕਰੋੜ ਦਾ ਪਿਛਲੇ ਦਿਨਾਂ ਦੇ ਵਿੱਚ ਵਿੱਤੀ ਬੋਝ ਪਿਆ, ਇਸ ਦੇ ਬਾਵਜੂਦ ਸਰਕਾਰ ਖਰੀਦ ਰਹੀ ਹੈ। ਔਰ ਜਿਹੜੀ ਕਿਸਾਨਾਂ ਪ੍ਰਤੀ ਸੋਚ ਹੈ ਉਹ ਇਹੀ ਹੈ ਕਿ ਜਿੰਨੀ ਵੀ ਹੋ ਸਕੇ ਉਹਨਾਂ ਨੂੰ ਮਦਦ ਕਰੀਏ ਔਰ ਜਿਹੜੀ ਨਿਰਵਿਘਨ ਬਿਜਲੀ ਦੇਣੀ ਹੈ ਉਹ ਜਾਰੀ ਰੱਖੀਏ ਔਰ ਜਿਹੜੇ ਇਹ ਪਲਾਂਟਸ ਜਿਹੜੇ ਖਰਾਬ ਹੋਏ ਆ ਉਹਨਾਂ ਨੂੰ ਜਲਦ ਹੀ ਠੀਕ ਕਰਨ ਦੀ ਕੋਸ਼ਿਸ਼ ਕਰੀਏ। ਮੇਰੀ ਬੇਨਤੀ ਹੈ ਕਿ ਅੱਜ ਦੇ ਦਿਨ ਆਪਾਂ ਜਿਹੜਾ ਕਿਸਾਨੀ ਦਾ ਮੁੱਦਾ ਉਸ ਨੂੰ ਰੱਖ ਕੇ ਆਪਾਂ ਗੱਲ ਕਰ ਰਹੇ ਹਾਂ। ਅੱਜ ਗੱਲ ਉਸ ਦੀ ਰੱਖੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਰਿਣੀ ਹਾਂ, ਅਸੀਂ ਧੰਨਵਾਦ ਕਰਾਂਗੇ ਕਿ ਤੁਸੀਂ ਲਗਾਤਾਰ ਇਸ ਮੋਰਚੇ ਨੂੰ, ਜਿੱਥੇ ਵੀ ਅਸੀਂ ਮੋਰਚਾ ਲਾਇਆ ਹੈ ਉਸ ਮੋਰਚੇ ਨੂੰ ਤੁਹਾਡਾ ਬਠਿੰਡੇ ਦੀ ਪ੍ਰੈਸ ਦਾ ਤਾਂ ਮਤਲਬ ਬਹੁਤ ਵੱਡਾ ਯੋਗਦਾਨ ਰਿਹਾ ਹੈ। ਵੱਧ ਚੜ੍ਹ ਕੇ ਤੁਸੀਂ ਉਹਦੇ ਸਾਡੇ ਨਾਲ ਧਿਰ ਬਣ ਕੇ ਖੜ੍ਹਦੇ ਰਹੇ ਹੋ, ਮਦਦ ਕੀਤੀ ਹੈ, ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ। ਰਹੀ ਗੱਲ ਮੰਗਾਂ ਦੀ, ਦੇਖੋ ਆਪਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2019 ਦੇ ਵਿੱਚ ਬਹੁਤ ਲੰਬਾ ਅੰਦੋਲਨ ਚੱਲਿਆ ਸੀ। ਲਗਭਗ 1.25 ਮਹੀਨਾ ਅੰਦੋਲਨ ਹੋਇਆ ਜੈਤੋ ਮੰਡੀ 'ਚ। ਉੱਥੇ ਕੁਝ ਗੱਲਾਂ ਅਜਿਹੀਆਂ ਵੀ ਆ ਰਹੀਆਂ ਸੀਗੀਆਂ ਕਿ ਦੇਖੋ ਜੀ ਇਹ ਤਾਂ ਮਸਲਾ ਚੰਡੀਗੜ੍ਹ ਦਾ ਹੈ, ਇਹ ਕਿੱਥੇ ਲਾਈ ਬੈਠੇ ਨੇ, SDM ਦੀ ਕੀ ਪਾਵਰ ਹੈ, ਇਹ ਮੰਗਾਂ ਪ੍ਰਵਾਨ ਕਰ ਲਏ, ਮਨਾ ਲਏ। ਤਾਂ ਦੇਖੋ ਅਸੀਂ ਵਿਸ਼ਵਾਸ ਰੱਖਦੇ ਹਾਂ ਕਿ ਜਦੋਂ ਲੋਕ ਅੰਦੋਲਨ ਕਰਦੇ ਆ, ਆਵਾਜ਼ ਜਿੱਥੋਂ ਵੀ ਉੱਠੇਗੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੀ ਤੁਹਾਡੀ ਹਿੰਮਤ ਹੋਣੀ ਚਾਹੀਦੀ ਹੈ। ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਦੀ ਹੈ ਔਰ ਆਪਾਂ ਜੈਤੋ ਤੋਂ ਆਵਾਜ਼ ਪਹੁੰਚਾਈ। ਉੱਥੇ ਆਪਣੀਆਂ ਮੇਨ ਮੰਗਾਂ ਕੀ ਸੀਗੀਆਂ ਕਿ ਲਗਭਗ 65 ਤੋਂ ਲੈ ਕੇ 70,000 ਕਿਸਾਨਾਂ ਦੇ ਉੱਤੇ ਸਟਰਬਲ ਬਰਨਿੰਗ ਦੇ ਮੈਟਰ ਤੇ ਪਰਚੇ ਦਰਜ ਹੋਏ ਸੀ। ਅਸੀਂ ਚਾਹੁੰਦੇ ਸੀ ਵੀ ਉਹ ਕਿਸਾਨਾਂ ਦੇ ਉੱਤੇ ਜਿਹੜੇ ਝੂਠੇ ਤੇ ਗਲਤ ਪਰਚੇ ਦਰਜ ਹੋ ਰਹੇ ਨੇ ਉਹ ਪਰਚੇ ਰੱਦ ਹੋਣੇ ਚਾਹੀਦੇ, ਕਿਉਂਕਿ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਹੀ ਉਹਨਾਂ ਨੂੰ ਜਿਹੜੀਆਂ ਉਹਦੀਆਂ ਗਾਈਡਲਾਈਨਸ ਸੀਗੀਆਂ ਉਹਦੇ ਮੁਤਾਬਕ ਵੀ ਉਹ ਪਰਚੇ ਜਿਹੜੇ ਹੋਏ ਸੀ ਉਹ ਗਲਤ ਹੋਏ ਸੀ ਔਰ ਉਹ 'ਤੇ ਲੜਾਈ ਲੜੀ ਆਪਾਂ ਔਰ ਉਹਦੇ ਵਿੱਚ ਚੱਲਦਿਆਂ ਇੱਕ ਕਿਸਾਨ ਸਾਡਾ ਜਗਸੀਰ ਸਿੰਘ ਸ਼ਹੀਦ ਹੋ ਗਿਆ। ਫਿਰ ਨਾਲ ਉਹਦੇ ਬੱਚੇ ਦੀ ਨੌਕਰੀ ਦੀ ਗੱਲ, ਉਹਦੇ ਪਰਿਵਾਰਕ ਸਹਾਇਤਾ ਦੀ ਗੱਲ ਆਉਣੀ ਸ਼ੁਰੂ ਹੋਈ ਤਾਂ ਉਹ ਸਾਡੀ ਲੜਾਈ ਜਾਰੀ ਸੀ। ਸਰਕਾਰ ਨੇ ਆਪਣੀ ਮੰਗ ਮੰਨੀ ਸੀ, ਉਸ ਦਿਨ ਹੀ ਮੰਨ ਗਏ ਸੀਗੇ ਕਿ ਅਸੀਂ ਇਹਦੇ ਬੇਟੇ ਨੂੰ ਨੌਕਰੀ ਦੇਵਾਂਗੇ ਔਰ ਇਹ ਵੀ ਕਿਹਾ ਸੀਗਾ ਕਿ ਅਸੀਂ ਇੱਕ ਕਮੇਟੀ ਬਣਾ ਕੇ ਤੁਹਾਡੇ ਜਿਹੜੇ ਪਰਚੇ ਆ ਉਹ ਰੱਦ ਕਰ ਦਿਆਂਗੇ। ਕਮੇਟੀ ਵੀ ਬਣ ਗਈ, ਇੱਕ ਦੋ ਵਾਰੀ ਗੱਲਬਾਤ ਵੀ ਚੱਲੀ, ਪਰ ਫਿਰ ਕੋਵਿਡ ਦਾ ਇੱਕ ਬਹੁਤ ਵੱਡਾ ਬਹਾਨਾ ਜਿਹਾ ਬਣ ਜਾਂਦਾ ਸਰਕਾਰਾਂ ਨੂੰ। ਇੱਕ ਤਾਂ ਕੁਦਰਤੀ ਗੱਲ ਬਣ ਵੀ ਜਾਂਦੀ ਹੈ, ਕੁਝ ਥੋੜ੍ਹਾ ਬਹੁਤਾ ਬਹਾਨਾ ਹੋ ਜਾਂਦਾ ਹੈ, ਉਸ ਕਰਕੇ ਉਹ ਕੰਮ ਲਟਕ ਗਿਆ, ਬਹੁਤ ਲੰਬਾ ਸਮਾਂ ਲਟਕਿਆ ਰਿਹਾ। ਕਦੇ ਕਹਿੰਦੇ ਸੀਗੇ ਵੀ ਅਫਸਰ ਬੈਠਦਾ ਹੀ ਨਹੀਂ, ਕੋਈ ਅਧਿਕਾਰੀ ਨਹੀਂ ਬੈਠਦਾ ਗਾ, ਜਦੋਂ ਦਫ਼ਤਰਾਂ 'ਚ ਕੰਮ ਨਹੀਂ ਹੋ ਰਿਹਾ ਕਿਵੇਂ ਹੋਵੇ। ਤੇ ਇੱਕ ਦੋ ਵਾਰ ਗੱਲ ਜਿਹੜੀ ਆਫਰ ਆਈ ਉਹ ਪ੍ਰਾਈਵੇਟ ਨੌਕਰੀ ਦੀ ਵੀ ਆਈ ਸਾਡੇ ਕੋਲ, ਜਿਹਨੂੰ ਅਸੀਂ ਵੀ ਨਹੀਂ ਸੀ ਚਾਹੁੰਦੇ ਕਿਉਂਕਿ ਸਾਡੀ ਕਮਿਟਮੈਂਟ ਹੀ ਸਰਕਾਰੀ ਨੌਕਰੀ ਦੀ ਸੀ, ਜਿਹੜੀ ਅੱਜ ਤੁਹਾਡੇ ਸਾਹਮਣੇ ਲੈਟਰ ਪੈਡ ਆਪਣਾ ਉਹਨਾਂ ਆਪਣੇ ਜਿਹੜਾ ਨਿਯੁਕਤੀ ਪੱਤਰ ਉਹ ਸਰਕਾਰ ਤੁਹਾਡੇ ਸਾਹਮਣੇ ਦੇ ਗਈ ਹੈ। ਉਸ ਬੱਚੇ ਨੂੰ ਨੌਕਰੀ ਮਿਲੀ ਹੈ ਔਰ ਨਾਲ ਹੀ ਇਹ ਉਹਨਾਂ ਨੇ ਸਾਡੀ ਮੰਗ ਮੰਨੀ ਹੈ। ਮੰਗ ਤਾਂ ਵੈਸੇ ਮੰਨੀ ਸੀਗੀ ਲੇਕਿਨ ਉਹਨੂੰ ਪੂਰਾ ਕੀਤਾ ਹੈ ਕਿ ਵੀ ਜਿਹੜੇ ਕਿਸਾਨਾਂ ਦੇ ਪਰਚੇ ਹੋਏ ਨੇ ਉਹ ਸਾਰੇ ਪਰਚੇ ਮਤਲਬ ਰੱਦ ਹੋ ਚੁੱਕੇ ਨੇ। ਇਹ ਇੱਕ ਬਹੁਤ ਵੱਡੀ ਜਿਹੜੀ ਸਾਡੀ ਲੜਾਈ ਸੀ ਉਹਦੇ 'ਚ ਅਸੀਂ ਜਿੱਤੇ ਹਾਂ। ਦੇਖੋ ਉਹ ਨਹੀਂ ਲਿਖਤੀ ਵਾਲੀ ਨਹੀਂ ਹੈ, ਉਹਦੇ 'ਚ ਤਾਂ ਜਿਹੜਾ ਮਤਲਬ ਮੈਟਰ ਕੀ ਸੀਗਾ, ਉਹਦੇ 'ਚ ਮੈਟਰ ਇਹ ਸੀਗਾ ਕਿ ਇੱਕ ਰਿਟਾਇਰ ਜੱਜ ਦੀ ਚੇਅਰਮੈਨਸ਼ਿਪ ਦੇ ਥੱਲੇ ਕਮੇਟੀ ਬਣੀ ਸੀ, ਉਹਨਾਂ ਦੀ ਰਿਪੋਰਟ ਆ ਚੁੱਕੀ ਹੈ ਕਿ ਪਰਚੇ ਗਲਤ ਹੋਏ ਨੇ, ਨਹੀਂ ਬਣਦੇ ਗਏ। ਤਾਂ ਉਸ ਰਿਪੋਰਟ ਦੀ ਹੀ ਡੇਟ ਆਪਣੇ ਇੰਤਜ਼ਾਰ ਸੀ। ਉਹ ਸਾਡੀ ਕੱਲ ਮੁੱਖ ਸਕੱਤਰ ਨਾਲ ਮੀਟਿੰਗ ਹੋਈ ਹੈ। ਮੁੱਖ ਸਕੱਤਰ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਹੁੰਦੀ ਹੈ। ਅੱਜ ਜਿਹੜਾ ਕੁਝ ਹੋਇਆ ਇਹ ਸਰਕਾਰ ਦੀ ਮਰਜ਼ੀ ਸੀ ਜਾਂ ਤੁਹਾਡੀ ਜਿੱਤ ਹੈ? ਤੁਹਾਡੇ ਪ੍ਰੈਸ਼ਰ ਕਰਕੇ ਸਰਕਾਰ ਆਈ ਹੈ ਚੱਲ ਨਹੀਂ ਕੇ? ਦੇਖੋ ਇਹ ਤਾਂ ਸਹੀ ਦੱਸੋ ਤੁਸੀਂ। ਇਹ ਤਾਂ ਦੇਖੋ ਗੱਲ ਕੀ ਹੈ, ਜੇਕਰ ਸਰਕਾਰ ਏਡੀ ਮਤਲਬ ਭਲੀ ਹੋਵੇ ਤਾਂ ਫਿਰ ਮਤਲਬ ਪਹਿਲਾਂ ਹੀ ਕਰ ਜਾਂਦੀ ਗੱਲ। ਇਹ ਤਾਂ ਹਮੇਸ਼ਾ ਅੰਦੋਲਨਕਾਰੀਆਂ ਲੋਕਾਂ ਦੇ ਮੋਰਚਿਆਂ ਦੀ ਜਿੱਤਾਂ ਹੁੰਦੀਆਂ, ਉਹ ਹੋਇਆ। ਚਲੋ ਸਰਕਾਰ ਨੇ ਚੰਗਾ ਕੀਤਾ, ਮੈਂ ਤਾਂ ਇਹ ਵੀ ਕਹੂੰਗਾ ਕਿ ਦੇਰ ਆਏ ਦਰੁਸਤ ਆਏ। ਜਦੋਂ ਵੀ ਆਏ ਉਹਨਾਂ ਨੇ ਆ ਕੇ ਨਿਯੁਕਤੀ ਪੱਤਰ ਦਿੱਤਾ, ਇੱਥੇ ਆ ਕੇ ਆਪਣੀ ਗੱਲ ਮੰਨੀ ਹੈ ਕਿ ਮਤਲਬ ਅਸੀਂ ਕਿਸਾਨਾਂ ਦੇ ਨਾਲ ਹੈ। ਇਸ ਲਈ ਦੋਸਤੋ ਇਹ ਆਪਣਾ ਮੋਰਚਾ ਸਾਰਿਆਂ ਦਾ ਫਤਿਹ ਹੋਇਆ। ਇੰਨੀਆਂ ਕੁ ਮਤਲਬ ਕੋਈ ਤੁਹਾਡਾ ਕਿਸੇ ਦਾ ਕੋਈ ਸਵਾਲ ਹੈ ਕਿਸੇ ਤਰ੍ਹਾਂ? ਸੰਯੁਕਤ ਕਿਸਾਨ ਮੋਰਚੇ ਜਿਹੜੇ ਅਗਲੇ ਆਦੇਸ਼ ਨੇ ਜੀ ਉਹ ਕਿਸ ਤਰ੍ਹਾਂ ਤੁਸੀਂ ਜਿਹੜਾ ਲਾਗੂ ਕਰੋਗੇ? ਹਾਂ, ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਜਿਹੜਾ ਉਹ ਇਹ ਆ ਕਿ ਅਸੀਂ 17 ਤਰੀਕ ਨੂੰ ਸਾਰੇ ਜਿੰਨੇ ਵੀ ਐਮਪੀਜ਼ ਨੇ, ਚਾਹੇ ਉਹ ਰੂਲਿੰਗ ਪਾਰਟੀ ਦੇ ਨੇ ਚਾਹੇ ਉਹ ਵਿਰੋਧੀ ਧਿਰ 'ਚ ਬੈਠੇ ਨੇ, ਸਾਰਿਆਂ ਨੂੰ ਇੱਕ ਅਸੀਂ ਪੱਤਰ ਦੇਵਾਂਗੇ, ਜਿਸ ਪੱਤਰ ਨੂੰ ਅਸੀਂ ਚੇਤਾਵਨੀ ਪੱਤਰ ਦਾ ਨਾਮ ਦਿੱਤਾ ਹੈ। ਸਾਰਿਆਂ ਨੂੰ ਇਹ ਕਹਿਣਾ ਹੈ ਕਿ ਤੁਹਾਨੂੰ ਅਸੀਂ ਵੋਟਾਂ ਪਾਈਆਂ, ਸਾਡਾ ਤੁਹਾਡੇ ਤੇ ਰਾਈਟ ਹੈ, ਤੁਹਾਨੂੰ ਅਸੀਂ ਗੱਲ ਦੱਸੀਏ ਔਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਲਗਾਤਾਰ ਕਿ ਸਾਡੇ ਜਿਹੜੇ ਕਾਲੇ ਕਾਨੂੰਨ ਨੇ ਰੱਦ ਕਰੇ ਸਰਕਾਰ। ਔਰ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਸਾਡੇ ਇਲੈਕਟਡ ਹੋ, ਤੁਸੀਂ ਜਾ ਕੇ ਸਰਕਾਰ ਕੋਲੇ ਸਾਡੀ ਗੱਲ ਨੂੰ ਮਤਲਬ ਮਜ਼ਬੂਤੀ ਨਾਲ ਰੱਖੋ, ਸਾਡੇ ਮਸਲੇ ਦਾ ਹੱਲ ਕਰਵਾਓ। ਨਹੀਂ ਤਾਂ ਜਿੰਨੀ ਦੇਰ ਤੱਕ ਇਹ ਸੈਸ਼ਨ ਚੱਲਦਾ ਹੈ ਫਿਰ ਤੁਸੀਂ ਮਤਲਬ ਵਾਕਆਊਟ ਕਰਕੇ ਜਿਹੜਾ ਵੀ ਵਿਰੋਧੀ ਧਿਰ ਦਾ ਲੀਡਰ, ਕਿਉਂਕਿ ਬਹਾਨਾ ਜਿਹਾ ਬਣਾ ਲੈਂਦੇ ਹੁੰਦੇ ਆ ਸਾਰੀ ਕਿ ਵਿਰੋਧੀ ਧਿਰ ਵਾਲੇ ਬਾਹਰ ਨਿਕਲੇ ਹੁੰਦੇ ਆ ਤੇ ਉਹਨਾਂ ਨੂੰ ਖੁੱਲ੍ਹਾ ਗਰਾਊਂਡ ਛੱਡਿਆ ਹੁੰਦੇ ਆ, ਜੋ ਮਰਜ਼ੀ ਕਰਦੇ ਆ। ਇਸ ਵਾਰੀ ਅਸੀਂ ਕਿਹਾ ਵੀ ਜੇਕਰ ਤੁਸੀਂ ਗਰਾਊਂਡ ਖਾਲੀ ਛੱਡ ਕੇ ਆਓਗੇ ਤਾਂ ਫਿਰ ਤੁਹਾਡਾ ਵੀ ਸਾਰਿਆਂ ਦਾ ਵਿਰੋਧ ਹੋਏਗਾ। ਪ੍ਰਧਾਨ ਜੀ ਜਿਹੜੀਆਂ ਨਿਯੁਕਤੀ ਪੱਤਰ ਦਿੱਤਾ ਗਿਆ ਹੈ ਕਿਹੜੀ ਡਿਪਾਰਟਮੈਂਟ 'ਚ ਕਿੱਥੇ? ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਫੂਲ ਸਰਕਾਰੀ ਹਾਈ ਸਕੂਲ ਦੇ ਵਿੱਚ ਸਿੱਖਿਆ ਵਿਭਾਗ ਵੱਲੋਂ ਇਹ ਮਤਲਬ ਪੱਤਰ ਦਿੱਤਾ ਗਿਆ। ਇਹ ਤੇ ਵਿਚਾਰਾ ਅਨਐਜੂਕੇਟ ਵਰਗਾ ਸੀਗਾ ਬੱਚਾ, ਥੋੜਾ ਪੜ੍ਹਿਆ ਸੀ, 10ਵੀਂ ਪਾਸ ਸੀਗਾ, तो फिर सेवादार की पोस्ट मिली है, वही मिली। केंद्र बिजली बिल लेके आ रहा है जी, किसान किस तरह का विरोध करनगे उसका? देखो साडा अंदोलन चल रहा है, इन्हां दे उत्ते ही लख यतन कर ले सरकार जो मर्जी करे, लेकिन जिधर नूं अंदोलन जिस स्पीड नाल अंदोलन चल रहा है ना, बीजेपी दिनों दिन बीजेपी का ग्राफ डाउन जा रहा है। इन्हां करके इन्हां करतूतां करके, नहीं तो शायद बीजेपी नूं किते माड़ा मोटा हंगारा मिलता। जी अज असी बैठे तो दिल्ली दी सरहदां ते है, सारा भारत तो असीं घुम्मे नहीं। साडा तो जिहड़ियां रैलियां भी होईयां वो हरियाणे च होईयां, कुछ यूपी च होईयां, कुछ राजस्थान च होईयां, पंजाब च होईयां, और उन्हां स्टेटां च जाके हारे जिथे साडी रैली कोई नहीं हुई। ਇਹਦਾ ਮਤਲਬ ਲੋਕਾਂ ਤੱਕ ਅੰਦੋਲਨ ਦੀ ਆਵਾਜ਼ ਜਾ ਚੁੱਕੀ ਹੈ। ਜਿਹੜਾ ਕੱਲ੍ਹ ਆਪਾਂ ਪ੍ਰੋਟੈਸਟ ਕੀਤਾ ਜਾਂ ਇਸ ਤੋਂ ਪਹਿਲਾਂ ਵੀ ਜਿਹੜੇ ਸੰਯੁਕਤ ਮੋਰਚੇ ਨੇ ਪ੍ਰੋਟੈਸਟਾਂ ਦੇ ਐਲਾਨ ਕੀਤੇ ਉਹ ਸਾਰੇ ਦੇਸ਼ ਦੇ ਵਿੱਚ ਲਾਗੂ ਹੋ ਰਹੇ ਨੇ। ਡੱਲੇ ਸਾਹਿਬ ਇੱਕ ਸਿਆਸੀ ਲੋਕਾਂ ਦਾ ਤੁਸੀਂ ਬਾਈਕਾਟ ਕੀਤਾ ਗਾ, ਜਿੰਨੇ ਵੀ ਮੰਤਰੀ ਨੇ ਜਾਂ ਹੋਰ ਨੇ, ਫਿਰ ਕੀ ਤੁਸੀਂ ਆਪਦੀ ਸਿਆਸੀ ਪਾਰਟੀ ਲੈ ਕੇ ਆਓਗੇ ਕਿਸਾਨ ਅੰਦੋਲਨ? ਨਹੀਂ ਦੇਖੋ ਇਹ ਗੱਲਾਂ ਜਿਹੜੀਆਂ ਨਾ ਜੀ ਸਿਆਸੀ ਪਾਰਟੀ ਲੈ ਕੇ ਆਉਣਾ, ਇਹ ਤੇ ਮੈਨੂੰ ਲੱਗਦਾ ਕਿ ਅੰਦੋਲਨ ਨੂੰ ਭੜਕਾਉਣ ਵਾਲੀ ਗੱਲ ਹੋਏਗੀ। ਇਸ ਵੇਲੇ ਅਸੀਂ ਜਿਹੜੀਆਂ ਇੰਨੀਆਂ ਸਾਰੀਆਂ ਜਥੇਬੰਦੀਆਂ ਜਦੋਂ ਇਕੱਠੀਆਂ ਹੁੰਦੀਆਂ ਨਾ ਜੀ,
ਉਹ ਸਾਰੀਆਂ ਜਥੇਬੰਦੀਆਂ ਮਿਨੀਮਮ ਪ੍ਰੋਗਰਾਮ ਤੇ ਇਕੱਠੀਆਂ ਹੁੰਦੀਆਂ ਕਿ ਕੋਈ ਇਹਦੇ ਵਿੱਚ ਪੂਰੀ ਤਰ੍ਹਾਂ ਨਾਨ ਪੋਲੀਟੀਕਲ ਹੋਣਗੇ, ਕੋਈ ਉਹਦੇ ਵਿੱਚ ਪੋਲੀਟੀਕਲ ਸੋਚ ਵਾਲੇ ਹੋਣਗੇ, ਲੇਕਿਨ ਜਦੋਂ ਅਸੀਂ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਹੋਏ ਆ ਤਾਂ ਸਾਡਾ ਨਿਸ਼ਾਨਾ ਉਹ 3 ਕਾਲੇ ਕਾਨੂੰਨ ਰੱਦ ਕਰਵਾਉਣਾ, MSP ਦੀ ਗਰੰਟੀ ਦਾ ਕਾਨੂੰਨ ਬਣਾਉਣਾ, ਉਹ ਜਿਹੜਾ ਮਤਲਬ ਬਿਜਲੀ ਐਕਟ ਜਿਹੜੀ ਦੀ ਤੁਸੀਂ ਹੁਣੇ ਗੱਲ ਕਰਕੇ ਹਟੇ ਹੋ ਉਹਦੇ ਤੋਂ ਸਰਕਾਰ ਨੂੰ ਪਿੱਛੇ ਹਟਾਉਣਾ, ਔਰ ਜਿਹੜਾ ਇਹਨਾਂ ਨੇ ਸਾਨੂੰ 2 ਕਰੋੜ ਰੁਪਏ ਜੁਰਮਾਨੇ ਦੀ ਗੱਲ ਕੀਤੀ ਸੀ ਪ੍ਰਸਟੇਬਲ ਬਰਨਿੰਗ ਦੇ ਮੈਟਰ ਤੇ ਉਹਦੇ ਤੋਂ ਸਰਕਾਰ ਨੂੰ ਵਾਪਸ ਪਿੱਛੇ ਕਰਨਾ। ਉਹ 2 ਗੱਲਾਂ ਮੰਨ ਵੀ ਗਈ ਸੀ ਸਰਕਾਰ, ਉਹ ਸਾਡਾ ਨਿਸ਼ਾਨਾ ਉੱਥੇ ਹੈ। ਜਿੰਨੀ ਦੇਰ ਤੱਕ ਉਹ ਗੱਲ ਨਹੀਂ ਸਾਡੀ ਸਿਰੇ ਲੱਗਦੀ, ਸੰਯੁਕਤ ਮੋਰਚੇ ਦਾ ਕੋਈ ਕਿਸੇ ਤਰ੍ਹਾਂ ਦਾ ਫੈਸਲਾ ਨਹੀਂ। ਐਵੇਂ ਮਤਲਬ ਅਫਵਾਹਾਂ ਨੇ, ਗਲਤ ਗੱਲਾਂ ਨੇ। ਜੇਲ੍ਹ ਭਰੋ ਦਾ ਜਿਹੜਾ ਤੁਹਾਡਾ ਹੈਗਾ ਉਹ ਕੀ ਰਣਨੀਤੀ ਹੈਗੀ? ਦੇਖੋ ਸਾਡਾ ਪ੍ਰੋਗਰਾਮ ਹੈ ਕਿ ਅਸੀਂ ਪਾਰਲੀਮੈਂਟ ਵੱਲ ਕੂਚ ਕਰਨਾ ਹੈ ਔਰ ਬੜੇ ਡਿਸਪਲਿਨਡ ਵੇ ਦੇ ਨਾਲ ਸ਼ਾਂਤੀਪੂਰਵਕ ਉਹ ਜਿਹੜਾ ਕਰਨਾ ਹੈ ਉਹ ਕਰਦੇ ਜਾਵਾਂਗੇ। ਉਸ ਤੋਂ ਅੱਗੇ ਜਾ ਕੇ ਸਰਕਾਰ ਸਾਡੇ ਨਾਲ ਕਿਹੋ ਜਿਹਾ ਵਰਤਾਓ ਕਰਦੀ ਹੈ, ਕੀ ਕਰਦੀ ਹੈ, ਜਦੋਂ ਸਾਨੂੰ ਗ੍ਰਿਫਤਾਰ ਕਰਦੀ ਹੈ ਸਰਕਾਰ, ਅਸੀਂ ਗ੍ਰਿਫਤਾਰੀ ਲਈ ਬਿਲਕੁਲ 100% ਤਿਆਰ ਹੋ ਕੇ ਜਾਣਾ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਜੇਲ੍ਹ 'ਚ ਬੈਠ ਕੇ ਅੰਦੋਲਨ ਮਜ਼ਬੂਤੀ ਨਾਲ ਹੋਣਾ ਹੈ। ਕਿਉਂਕਿ ਇੱਥੇ ਤਾਂ ਜੇ ਅਸੀਂ ਬਾਹਰ ਬੈਠੇ ਹਾਂ, ਬਿਜਲੀ ਚਲੀ ਗਈ ਤੇ ਕਾਂ ਹੋ ਜਾਂਦੀ ਹੈ, ਬਿਜਲੀ ਚਲੀ ਗਈ ਜੀ, ਮੋਰਚੇ 'ਚ ਬਿਜਲੀ ਚਲੀ ਗਈ, ਕੋਈ ਚੀਜ਼ ਦੀ ਕਮੀ ਆ ਗਈ ਤਾਂ ਹੋ ਗਿਆ। ਉੱਥੇ ਤਾਂ ਜਦੋਂ ਜਾ ਕੇ ਅਸੀਂ ਚਲੇ ਗਏ ਨਾ, ਉਹ ਤਾਂ ਸਾਰੀ ਦੀ ਸਾਰੀ ਸਾਡੀ ਜ਼ਿੰਮੇਵਾਰੀ ਸਰਕਾਰ ਦੀ ਬਣ ਜਾਣੀ ਹੈ। ਅਸੀਂ ਕਹਿੰਦੇ ਅਸੀਂ ਵੱਧ ਤੋਂ ਵੱਧ ਕਿਸਾਨ ਉਹ ਜਾਈਏ ਜਿਹੜੇ ਇਹ ਸੋਚ ਕੇ ਚੱਲਣ ਕਿ ਅਸੀਂ ਕਿਸੇ ਨੇ ਵੀ ਜ਼ਮਾਨਤ ਨਹੀਂ ਲੈਣੀ, ਅਸੀਂ ਉਹਨਾਂ ਚਿਰ ਬੈਠਾਂਗੇ ਅੰਦਰ ਜਿੰਨੇ ਚਿਰ ਤੱਕ ਸਰਕਾਰ ਇਹ ਕਾਨੂੰਨ ਰੱਦ ਨਹੀਂ ਕਰਦੀ। ਇਹ ਸਾਡੀ ਮਤਲਬ ਰਣਨੀਤੀ ਹੈ।